ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਇੱਥੋਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ ਸਾਹਮਣੇ ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ ਆਲ ਉੱਪਰ ਕਲਿੱਕ ਕਰ ਲਓ। ਬੀਬੀ ਬਸੰਤ ਲਤਾ ਇੱਕ ਖੱਤਰੀਆਂ ਦੀ ਲੜਕੀ ਸੀ। ਉਹਨਾਂ ਦੇ ਮਾਂ-ਬਾਪ ਗੁਰੂ ਘਰ ਦੇ ਬਹੁਤ ਵੱਡੇ ਸ਼ਰਧਾਲੂ ਸਨ। ਇਹ ਪਰਿਵਾਰ 10 ਨੌਹਾਂ ਦੀ ਕਿਰਤ ਕਰਦਾ ਤੇ ਬਹੁਤਾ ਹਿੱਸਾ ਗੁਰੂ ਘਰ ਭੇਜ ਦਿੰਦਾ। ਬੀਬੀ ਬਸੰਤ ਲਤਾ ਉਹਨਾਂ ਦੀ ਤੀਸਰੀ ਲੜਕੀ ਸੀ, ਜਿਹੜੀ ਕਿ ਆਪਣੇ ਮਾਪਿਆਂ ਨਾਲ ਰੋਜ਼ਾਨਾ ਗੁਰੂ ਘਰ ਜਾ ਕੇ ਝਾੜੂ ਤੇ ਲੰਗਰ ਦੀ ਸੇਵਾ ਕਰਦੀ ਸੀ। ਰੋਜ਼ਾਨਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੀ ਤੇ ਨਿਤਨੇਮ ਕਰਕੇ ਆਪਣਾ ਬਾਕੀ ਸਮਾਂ ਗੁਰੂ ਘਰ ਵਿੱਚ ਹੀ ਬਤੀਤ ਕਰਦੀ। ਕੁਦਰਤ ਦੁਆਰਾ ਦਿੱਤੇ ਸੁੰਦਰ ਸਰੀਰ ਵਿੱਚ ਪਵਿੱਤਰ ਆਤਮਾ ਸਾਂਭੀ ਬੈਠੀ ਸੀ। ਜਦੋਂ ਬੀਬੀ ਬਸੰਤ ਲਤਾ 16 ਸਾਲਾਂ ਦੀ ਹੋਈ ਤਾਂ ਮਾਪਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਾਰ ਕੀਤੀ ਕਿ ਇਸ ਦਾ ਵਿਆਹ ਕਰ ਦਿੱਤਾ ਜਾਵੇ। ਤਾਂ ਗੁਰੂ ਜੀ ਨੇ ਵੀ ਮਾਪਿਆਂ ਨਾਲ ਸਹਿਮਤੀ ਜਤਾਈ ਤੇ ਕਿਹਾ ਕਿ ਇਸ ਦਾ ਵਿਆਹ ਕਰ ਦੇਣਾ ਚਾਹੀਦਾ ਹੈ। ਜਦੋਂ ਬਸੰਤ ਲਤਾ ਨੂੰ ਇਸ ਵਿਆਹ ਦੇ ਵਿਚਾਰ ਬਾਰੇ ਪਤਾ ਲੱਗਾ ਤਾਂ ਉਸਨੇ ਆਪਣੇ ਮਾਪਿਆਂ ਨੂੰ ਸਖਤ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਮੈਂ ਕੁਆਰੀ ਰਹਿ ਕੇ ਗੁਰੂ ਘਰ ਦੀ ਸੇਵਾ ਕਰਨੀ ਚਾਹੁੰਦੀ ਹਾਂ। ਜੇਕਰ ਤੁਸੀਂ ਮੇਰਾ ਜ਼ਬਰਦਸਤੀ ਵਿਆਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਆਤਮ ਹੱਤਿਆ ਕਰ ਲਵਾਂਗੀ। ਬੀਬੀ ਬਸੰਤ ਕੌਰ ਦੀ ਦਿਲੀ ਇੱਛਾ ਸੀ ਕਿ ਉਹ ਮਾਤਾ ਸਾਹਿਬ ਕੌਰ ਦੇ ਪਾਸ ਰਹਿ ਕੇ ਉਹਨਾਂ ਦੀ ਸੇਵਾ ਕਰਨੀ ਚਾਹੁੰਦੀ ਸੀ ਤੇ ਆਪਣਾ ਜੀਵਨ ਸਫਲਾ ਬਣਾਉਣਾ ਚਾਹੁੰਦੀ ਸੀ। ਜਦੋਂ ਬੀਬੀ ਬਸੰਤ ਨੂੰ ਪਤਾ ਲੱਗਾ ਕਿ ਉਸਦੇ ਮਾਪੇ ਉਸਦੇ ਪਵਿੱਤਰ ਵਿਚਾਰਾਂ ਵਿਰੁੱਧ ਜਾ ਕੇ ਉਸਦਾ ਜ਼ਬਰਦਸਤੀ ਵਿਆਹ ਕਰਨਾ ਚਾਹੁੰਦੇ ਹਨ ਤਾਂ ਉਹ ਭੱਜ ਕੇ ਮਾਤਾ ਸਾਹਿਬ ਕੌਰ ਦੇ ਪਾਸ ਆ ਗਈ ਤੇ ਮਾਤਾ ਦੇ ਪਵਿੱਤਰ ਚਰਨਾਂ ਨੂੰ ਹੰਝੂਆਂ ਨਾਲ ਭਿਉਂ ਦਿੱਤਾ ਤੇ ਰੋਂਦੀ ਰੋਂਦੀ ਆਖਣ ਲੱਗੀ ਕਿ ਮਾਤਾ ਜੀ, ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਹਾਂ, ਕਿਉਂਕਿ ਮੈਂ ਜੀਵਨ ਭਰ ਤੁਹਾਡੀ ਸੇਵਾ ਕਰਕੇ ਆਪਣਾ ਜੀਵਨ ਸਫਲਾ ਬਣਾਉਣਾ ਚਾਹੁੰਦੀ ਹਾਂ। ਪਰ ਮੇਰੇ ਮਾਪੇ ਮੇਰੇ ਵਿਚਾਰਾਂ ਦੇ ਵਿਰੁੱਧ ਜਾ ਕੇ ਮੇਰਾ ਵਿਆਹ ਜ਼ਬਰਦਸਤੀ ਕਰਨਾ ਚਾਹੁੰਦੇ ਹਨ। ਕਿਰਪਾ ਕਰਕੇ ਮੇਰੇ ਵਿਆਹ ਉੱਪਰ ਰੋਕ ਲਗਾ ਦਿਓ, ਨਹੀਂ ਤਾਂ ਮੈਂ ਆਤਮ ਹੱਤਿਆ ਕਰ ਲਵਾਂਗੀ। ਮਾਤਾ ਸਾਹਿਬ ਕੌਰ ਜੀ ਕੋਲੋਂ ਬੀਬੀ ਬਸੰਤ ਦਾ ਰੋਣਾ ਸਿਹਾ ਨਹੀਂ ਗਿਆ ਤੇ ਉਹਨਾਂ ਨੇ ਉਸਦੇ ਵਿਆਹ ਉੱਤੇ ਰੋਕ ਲਗਾ ਦਿੱਤੀ ਤੇ ਬੀਬੀ ਬਸੰਤ ਨੂੰ ਹਮੇਸ਼ਾ ਲਈ ਆਪਣੇ ਪਾਸ ਰੱਖ ਲਿਆ। ਬੀਬੀ ਬਸੰਤ ਮਾਤਾ ਜੀ ਦੀ ਬੜੇ ਪ੍ਰੇਮ ਭਾਵ ਤੇ ਸ਼ਰਧਾ ਨਾਲ ਸੇਵਾ ਕਰਦੀ ਸੀ। ਸਾਰੇ ਪਾਸੇ ਇਸ ਗੱਲ ਦੀ ਚਰਚਾ ਹੋਣ ਲੱਗੀ ਤੇ ਸਮਾਜ ਵਿੱਚ ਉਸ ਦਾ ਬਹੁਤ ਜ਼ਿਆਦਾ ਆਦਰ ਸਤਿਕਾਰ ਹੋਣ ਲੱਗਾ। ਇੱਥੇ ਰਹਿ ਕੇ ਉਸ ਨੇ ਗੁਰਮੁਖੀ ਤੇ ਸੰਸਕ੍ਰਿਤੀ ਦੀ ਵੀ ਪੜ੍ਹਾਈ ਸਿੱਖੀ। ਬੀਬੀ ਬਸੰਤ ਕੇਵਲ 5 ਘੰਟੇ ਸੌਂਦੀ ਸੀ ਤੇ ਬਾਕੀ ਸਮਾਂ ਸੇਵਾ ਸਿਮਰਨ ਤੇ ਨੇਕ ਕੰਮ ਕਰਨ ਵਿੱਚ ਗੁਜ਼ਾਰਦੀ ਸੀ। ਹਰ ਸਮੇਂ ਮਾਤਾ ਜੀ ਨੂੰ ਵੱਧ ਤੋਂ ਵੱਧ ਸੇਵਾ ਤੇ ਸਹੂਲਤਾਂ ਪ੍ਰਦਾਨ ਕਰਨ ਦੇ ਯਤਨ ਕਰਦੀ ਰਹਿੰਦੀ ਸੀ। ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਉਸ ਵੇਲੇ ਬੀਬੀ ਬਸੰਤ ਲਤਾ ਵੀ ਉਹਨਾਂ ਦੇ ਨਾਲ ਹੀ ਸੀ। ਗੁਰੂ ਜੀ ਕਿਲ੍ਹਾ ਖਾਲੀ ਕਰਕੇ ਹਾਲੇ ਥੋੜੀ ਹੀ ਦੂਰ ਗਏ ਸਨ ਕਿ ਵੈਰੀਆਂ ਨੇ ਗਊ ਤੇ ਕੁਰਾਨ ਤੇ ਹੱਥ ਰੱਖ ਕੇ ਖਾਧੀਆਂ ਕਸਮਾਂ ਤੋੜ ਕੇ ਸਿੱਖਾਂ ਉੱਪਰ ਹਮਲਾ ਬੋਲ ਦਿੱਤਾ। ਆਪਣੀ ਜਵਾਨੀ ਨੂੰ ਗੁਰੂ ਘਰ ਤੋਂ ਵਾਰਨ ਵਾਲੀ ਬਸੰਤ ਲਤਾ ਨੇ ਮਾਤਾ ਸਾਹਿਬ ਕੌਰ ਦਾ ਸਾਥ ਨਾ ਛੱਡਿਆ ਤੇ ਮਾਤਾ ਜੀ ਦੀ ਪਾਲਕੀ ਦੇ ਨਾਲ-ਨਾਲ ਪੈਦਲ ਚੱਲਦੀ ਰਹੀ। ਮਾਤਾ ਜੀ ਨੇ ਉਸ ਨੂੰ ਬਥੇਰਾ ਸਮਝਾਇਆ ਕਿ ਉਹ ਮੇਰੇ ਨਾਲ ਮੇਰੀ ਪਾਲਕੀ ਵਿੱਚ ਬੈਠ ਜਾਵੇ, ਪਰ ਉਹ ਹਰ ਵਾਰੀ ਇਹੋ ਕਹਿ ਕੇ ਮਨਾ ਕਰ ਦਿੰਦੀ ਕਿ ਨਹੀਂ ਮਾਤਾ ਜੀ, ਮੈਂ ਤਾਂ ਤੁਹਾਡੀ ਇੱਕ ਨਿਮਾਣੀ ਜਿਹੀ ਸੇਵਕ ਹਾਂ ਤੇ ਮੈਂ ਤੁਹਾਡੇ ਬਰਾਬਰ ਬੈਠ ਕੇ ਪਾਪਾਂ ਦੀ ਭਾਗੀਦਾਰ ਨਹੀਂ ਬਣਨਾ ਚਾਹੁੰਦੀ। ਮਾਤਾ ਜੀ ਨੇ ਕਈ ਵਾਰ ਉਸ ਨੂੰ ਪਾਲਕੀ ਵਿੱਚ ਬੈਠਣ ਲਈ ਕਿਹਾ, ਪਰ ਉਹ ਨਾ ਮੰਨੀ ਤੇ ਤੇਜ਼ ਜਾਂਦੀ ਪਾਲਕੀ ਦੇ ਨਾਲ-ਨਾਲ ਪੈਦਲ ਹੀ ਚੱਲਦੀ ਰਹੀ। ਅੱਗੇ ਜਾ ਕੇ ਜਦੋਂ ਸਰਸਾ ਨਦੀ ਦੇ ਕਿਨਾਰੇ ਗੁਰੂ ਜੀ ਦਾ ਪਰਿਵਾਰ ਗੁਰੂ ਜੀ ਨਾਲੋਂ ਵਿਛੜ ਗਿਆ ਤਾਂ ਬੀਬੀ ਬਸੰਤ ਲਤਾ ਵੀ ਗੁਰੂ ਜੀ ਨਾਲੋਂ ਵਿਛੜ ਗਈ। ਦੁਸ਼ਮਣ ਸੈਨਾ ਨੇ ਬੀਬੀ ਬਸੰਤ ਲਤਾ ਨੂੰ ਗ੍ਰਿਫਤਾਰ ਕਰ ਲਿਆ। ਬੀਬੀ ਬਸੰਤ ਨੇ ਦੁਸ਼ਮਣ ਸਿਪਾਹੀਆਂ ਨਾਲ ਲੜਨ ਦਾ ਬਹੁਤ ਪ੍ਰਯਾਸ ਕੀਤਾ,
ਪਰ ਉਹਨਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਉਸ ਦੀ ਕੋਈ ਪੇਸ਼ ਨਾ ਗਈ ਤੇ ਸਿਪਾਹੀ ਉਸ ਨੂੰ ਗ੍ਰਿਫਤਾਰ ਕਰਕੇ ਆਪਣੇ ਹਾਕਮ ਸਮੁੰਦ ਖਾਂ ਪਾਸ ਲੈ ਗਏ। ਹਾਕਮ ਸਮੁੰਦ ਖਾਂ ਪਹਾੜੀ ਰਾਜਿਆਂ ਦਾ ਨਵਾਬ ਸੀ, ਜਿਹੜਾ ਕਿ ਬੜਾ ਹੀ ਵੱਧ ਚਲਨ, ਲਾਲਚੀ ਤੇ ਅਭਿਮਾਨੀ ਕਿਸਮ ਦਾ ਇਨਸਾਨ ਸੀ। ਜਦੋਂ ਉਸਨੇ ਬਸੰਤ ਲਤਾ ਦਾ ਰੂਪ ਵੇਖਿਆ ਤਾਂ ਉਹ ਉਸ ਨੂੰ ਆਪਣੇ ਕਿਲੇ ਵਿੱਚ ਲੈ ਗਿਆ ਤੇ ਉਸ ਉੱਤੇ ਡੋਰੇ ਪਾਉਣ ਲੱਗਾ ਤੇ ਉਸ ਨੂੰ ਲਾਲਚ ਦੇਣ ਲੱਗਾ ਕਿ ਜੇਕਰ ਤੂੰ ਮੇਰੀ ਬੇਗਮ ਬਣੇਗੀ ਤਾਂ ਤੂੰ ਪੂਰੇ ਮਹਿਲ ਵਿੱਚ ਰਾਜ ਕਰੇਂਗੀ। ਸਭ ਨੌਕਰ ਚਾਕਰ ਤੇਰੇ ਇਸ਼ਾਰਿਆਂ ਉੱਤੇ ਚੱਲਿਆ ਕਰਨਗੇ ਤੇ ਤੂੰ ਜ਼ਿੰਦਗੀ ਭਰ ਐਸ਼ ਕਰੇਂਗੀ। ਪਰ ਬੀਬੀ ਬਸੰਤ ਲਤਾ ਨੇ ਸਮੁੰਦ ਖਾਂ ਨੂੰ ਸੱਚੀ ਗੱਲ ਕਹੀ ਕਿ ਤੁਸੀਂ ਭਾਵੇਂ ਮੈਨੂੰ ਭੁੱਖਿਆਂ ਰੱਖ ਕੇ ਕੁੱਟ-ਕੁੱਟ ਕੇ ਮੇਰਾ ਕੀਮਾ ਕਰ ਦਿਓ, ਪਰ ਮੈਂ ਕਿਸੇ ਵੀ ਮਰਦ ਨੂੰ ਆਪਣਾ ਪਤੀ ਸਵੀਕਾਰ ਨਹੀਂ ਕਰਾਂਗੀ, ਕਿਉਂਕਿ ਮੈਂ ਸਤਿਗੁਰੂ ਦੀ ਹਜ਼ੂਰੀ ਵਿੱਚ ਇਹ ਪ੍ਰਣ ਕੀਤਾ ਹੈ ਕਿ ਮੈਨੂੰ ਸੰਸਾਰਿਕ ਐਸ਼ੋ ਆਰਾਮ ਨਹੀਂ ਚਾਹੀਦਾ। ਮੈਂ ਤਾਂ ਮਾਤਾ ਜੀ ਦੀ ਸੇਵਾ ਕਰਨ ਦਾ ਪ੍ਰਣ ਕੀਤਾ ਹੋਇਆ ਹੈ। ਇਹ ਗੱਲ ਸੁਣ ਕੇ ਸਮੁੰਦ ਖਾਂ ਚਿੜ ਗਿਆ ਤੇ ਆਖਣ ਲੱਗਾ ਕਿ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੂੰ ਇਸ ਵੇਲੇ ਇੱਕ ਮੁਗਲ ਹਾਕਮ ਦੇ ਕਿਲੇ ਵਿੱਚ ਬੰਦ ਹੈ, ਜਿੱਥੇ ਚੰਗਿਆਂ ਦੇ ਹੌਸਲੇ ਹਾਰ ਜਾਂਦੇ ਹਨ। ਤਾਂ ਬੀਬੀ ਬਸੰਤ ਲਤਾ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਮੈਂ ਵੀ ਇਸ ਕਿਲੇ ਵਿੱਚੋਂ ਜਿਉਂਦੀ ਬਾਹਰ ਨਹੀਂ ਜਾ ਸਕਦੀ, ਪਰ ਮੈਂ ਇਹ ਆਖਦੀ ਹਾਂ ਕਿ ਮੈਂ ਇੱਕ ਸਿੱਖ ਦੀ ਪੁੱਤਰੀ ਹਾਂ ਤੇ ਮੈਂ ਧਰਮ ਬਦਲੇ ਮਰ ਜਾਵਾਂਗੀ, ਪਰ ਧਰਮ ਨਹੀਂ ਵੇਚਾਂਗੀ। ਸਮੁੰਦ ਖਾਂ ਬੀਬੀ ਬਸੰਤ ਨੂੰ ਗੁਰੂ ਘਰ ਵਿੱਚੋਂ ਇਸਤਰੀ ਸਮਝਦਾ ਸੀ ਤੇ ਉਸਨੇ ਬੜਾ ਜ਼ੋਰ ਲਾਇਆ ਕਿ ਬਸੰਤ ਲਤਾ ਮੇਰੀ ਬੇਗਮ ਬਣ ਜਾਵੇ, ਪਰ ਲਾਲਚ ਡਰਾਵੇ। ਜਦੋਂ ਸਭ ਫੇਲ ਹੋ ਗਏ ਤਾਂ ਉਸਨੇ ਬੀਬੀ ਬਸੰਤ ਨੂੰ ਇੱਕ ਕਾਲ ਕੋਠੜੀ ਵਿੱਚ ਬੰਦ ਕਰਵਾ ਦਿੱਤਾ। ਜਿਸ ਕਾਲ ਕੋਠੜੀ ਵਿੱਚ ਬੀਬੀ ਬਸੰਤ ਨੂੰ ਬੰਦੀ ਬਣਾਇਆ ਗਿਆ, ਉਹ ਕਾਲ ਕੋਠੜੀ ਇੱਕ ਤਰ੍ਹਾਂ ਦਾ ਨਰਕ ਸੀ। ਘੁੱਪ ਹਨੇਰੇ ਵਾਲੀ ਕਾਲ ਕੋਠੜੀ ਦੇ ਅੰਦਰ ਕੀੜੇ ਮਕੌੜੇ, ਚੂਹੇ ਕਿਰਲੀਆਂ ਤੇ ਕਈ ਹੋਰ ਤਰ੍ਹਾਂ ਦੇ ਜੀਵ ਸਨ। ਕੋਠੜੀ ਦੇ ਅੰਦਰ ਪੱਥਰ ਦਾ ਇੱਕ ਉੱਚਾ ਥੜਾ ਬਣਿਆ ਹੋਇਆ ਸੀ, ਜਿਸ ਉੱਪਰ ਸਿਰਫ ਬੈਠਿਆ ਜਾ ਸਕਦਾ ਸੀ। ਬੀਬੀ ਬਸੰਤ ਲਤਾ ਉੱਥੇ ਦੋਵੇਂ ਹੱਥ ਜੋੜ ਕੇ ਬੈਠ ਗਈ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਧਿਆਨ ਕਰਕੇ ਅਰਦਾਸ ਬੇਨਤੀ ਕਰਨ ਲੱਗੀ ਕਿ ਹੇ ਸੱਚੇ ਸਤਿਗੁਰੂ, ਮੈਨੂੰ ਤਾਂ ਤੁਹਾਡਾ ਹੀ ਆਸਰਾ ਹੈ। ਮੈਂ ਭੋਲੇ ਭਾਵ ਵਿੱਚ ਪ੍ਰਣ ਕਰ ਲਿਆ ਸੀ ਕਿ ਤੁਹਾਡੇ ਚਰਨਾਂ ਵਿੱਚ ਜੀਵਨ ਬਤੀਤ ਕਰਾਂਗੀ, ਮਾਤਾ ਜੀ ਦੀ ਸੇਵਾ ਕਰਾਂਗੀ, ਗੁਰੂ ਘਰ ਦੇ ਝੂਠੇ ਬਰਤਨ ਮਾਂਜਾਂਗੀ ਤੇ ਸੰਗਤ ਦੇ ਜੋੜੇ ਝਾੜ ਕੇ ਆਪਣਾ ਜੀਵਨ ਸਫਲ ਬਣਾਵਾਂਗੀ। ਪਰ ਹੇ ਸਤਿਗੁਰੂ ਜੀ, ਤੁਸੀਂ ਇਹ ਕੀ ਭਾਣਾ ਵਰਤਾ ਦਿੱਤਾ। ਸਾਰੇ ਵਿਛੜ ਗਏ ਤੇ ਮੈਂ ਵੀ ਇਕੱਲੀ ਰਹਿ ਗਈ। ਮੇਰਾ ਰੂਪ ਤੇ ਜਵਾਨੀ ਹੀ ਮੇਰਾ ਵੈਰੀ ਬਣ ਗਿਆ। ਕਿਰਪਾ ਕਰਕੇ ਮੈਨੂੰ ਤੇ ਮੇਰੀ ਪਵਿੱਤਰਤਾ ਨੂੰ ਬਚਾਓ। ਬੀਬੀ ਬਸੰਤ ਲਤਾ ਇਸ ਤਰ੍ਹਾਂ ਆਪਣੇ ਨਾਲ ਹੀ ਗੱਲਾਂ ਕਰ ਰਹੀ ਸੀ ਕਿ ਇੱਕ ਅਧਖੜ ਹਿੰਦੂ ਔਰਤ ਦੀਵਾ ਲੈ ਕੇ ਬੰਦੀਖਾਨੇ ਦੇ ਬੂਹੇ ਅੱਗੇ ਆਣ ਖਲੋਤੀ ਤੇ ਕਹਿਣ ਲੱਗੀ ਕਿ ਮੇਰਾ ਨਾਮ ਚੰਦਰ ਪ੍ਰਭਾ ਹੈ ਤੇ ਮੈਂ ਹਿੰਦੂ ਹਾਂ। ਸਮੁੰਦ ਖਾਂ ਨੇ ਮੇਰੇ ਹੱਥ ਤੇਰੇ ਲਈ ਰੋਟੀ ਪਕਵਾ ਕੇ ਭੇਜੀ ਹੈ ਤੇ ਤੂੰ ਰੋਟੀ ਖਾ ਲੈ। ਬਸੰਤ ਲਤਾ ਨੇ ਰੋਟੀ ਖਾਣ ਤੋਂ ਬੜੀ ਵਾਰ ਨਾ ਕੀਤੀ, ਪਰ ਉਹ ਔਰਤ ਨਹੀਂ ਟਲੀ ਤੇ 2-3 ਦਿਨ ਤੋਂ ਭੁੱਖੀ ਬੀਬੀ ਬਸੰਤ ਨੇ ਰੋਟੀ ਖਾਧੀ ਤੇ ਅੰਦਰ ਜਾ ਕੇ ਫਿਰ ਪੱਥਰ ਤੇ ਬੈਠ ਗਈ। ਚੰਦਰ ਪ੍ਰਭਾ ਔਰਤ ਨੂੰ ਅਜੇ ਥੋੜਾ ਹੀ ਚਿਰ ਗਿਆਨ ਹੋਇਆ ਸੀ ਕਿ ਸਮੁੰਦ ਖਾਂ ਬੰਦੀਖਾਨੇ ਵਿੱਚ ਆ ਵੜਿਆ ਤੇ ਉਸਨੇ ਆਉਂਦਿਆਂ ਹੀ ਬਸੰਤ ਨੂੰ ਕਿਹਾ ਕਿ ਹੇ ਸੁੰਦਰਤਾ ਦੀ ਦੇਵੀ, ਮੈਨੂੰ ਅਫਸੋਸ ਹੈ ਕਿ ਤੈਨੂੰ ਇਸ ਕਾਲ ਕੋਠੜੀ ਵਿੱਚ ਸੁੱਟਣਾ ਪਿਆ। ਤੇਰੇ ਸਾਰੇ ਸਾਥੀ ਤੇ ਤੇਰੇ ਗੁਰੂ ਦਾ ਪਰਿਵਾਰ ਖਤਮ ਕਰ ਦਿੱਤਾ ਗਿਆ ਹੈ। ਤੇਰਾ ਹੁਣ ਕੋਈ ਆਸਰਾ ਨਹੀਂ ਰਿਹਾ। ਤੂੰ ਇਕੱਲੀ ਕੀ ਕਰੇਂਗੀ, ਕਿੱਥੇ ਜਾਵੇਂਗੀ? ਤੂੰ ਮੇਰੀ ਗੱਲ ਮੰਨ, ਤੈਨੂੰ ਸਭ ਸੁੱਖ ਆਰਾਮ ਇੱਥੇ ਹੀ ਅਰਪਣ ਕੀਤੇ ਜਾਣਗੇ। ਤਾਂ ਬੀਬੀ ਬਸੰਤ ਨੇ ਕਿਹਾ ਕਿ ਮੈਂ ਇੱਕ ਵਾਰੀ ਨਹੀਂ ਬਲਕਿ ਕਈ ਵਾਰ ਕਹਿ ਚੁੱਕੀ ਹਾਂ ਕਿ ਮੈਂ ਕਸਮ ਖਾਧੀ ਹੈ ਕਿ ਮੈਂ ਕਿਸੇ ਨੂੰ ਵੀ ਆਪਣਾ ਪਤੀ ਨਹੀਂ ਮੰਨਾਂਗੀ। ਮੇਰੀ ਗੱਲ ਨੂੰ ਸਮਝੋ
ਤੇ ਕਿਰਪਾ ਕਰਕੇ ਮੈਨੂੰ ਪਵਿੱਤਰ ਹੀ ਰਹਿਣ ਦਿਓ ਤੇ ਮੈਨੂੰ ਆਪਣੀ ਭੈਣ ਸਮਝੋ। ਸਮੁੰਦ ਖਾਂ ਨਸ਼ੇ ਵਿੱਚ ਅੰਨਾ ਹੋਇਆ ਪਿਆ ਸੀ ਤੇ ਕਹਿਣ ਲੱਗਾ ਕਿ ਜੇਕਰ ਤੂੰ ਇਦਾਂ ਨਹੀਂ ਮੰਨੇਗੀ ਤਾਂ ਮੈਂ ਤੇਰੇ ਨਾਲ ਧੱਕੇਸ਼ਾਹੀ ਕਰਾਂਗਾ। ਤਾਂ ਬੀਬੀ ਬਸੰਤ ਲਤਾ ਗੁੱਸੇ ਵਿੱਚ ਆਣ ਕੇ ਬੋਲੀ ਕਿ ਤੂੰ ਕੌਣ ਹੁੰਦਾ ਹੈ ਮੇਰੇ ਨਾਲ ਧੱਕੇਸ਼ਾਹੀ ਕਰਨ ਵਾਲਾ? ਮੇਰਾ ਸਤਿਗੁਰੂ ਮੇਰੇ ਧਰਮ ਦਾ ਰਾਖਾ ਹੈ। ਕੰਨ ਖੋਲ ਕੇ ਸੁਣ ਲੈ, ਮੈਨੂੰ ਹੱਥ ਲਾ ਕੇ ਆਪਣਾ ਸਤਿਆਨਾਸ ਨਾ ਕਰਵਾ ਲਵੀਂ। ਮੇਰੇ ਸਤਿਗੁਰੂ ਜੀ ਦੇ ਹੁੰਦਿਆਂ ਕੋਈ ਵੀ ਮਨੁੱਖ ਮੇਰੇ ਤਨ ਨੂੰ ਹੱਥ ਨਹੀਂ ਲਾ ਸਕਦਾ। ਤਾਂ ਬੀਬੀ ਬਸੰਤ ਦੇ ਮੂੰਹੋਂ ਇਹ ਗੱਲ ਸੁਣ ਕੇ ਸਮੁੰਦ ਖਾਂ ਜ਼ੋਰ-ਜ਼ੋਰ ਦੀ ਹੱਸਣ ਲੱਗਾ ਤੇ ਬੋਲਿਆ ਕਿ ਤੇਰਾ ਸਤਿਗੁਰੂ ਤਾਂ ਆਪਣੀ ਰਾਖੀ ਨਹੀਂ ਕਰ ਸਕਿਆ ਤੇ ਤੇਰੀ ਰੱਖਿਆ ਕੀ ਕਰੇਗਾ। ਇੰਨੀ ਗੱਲ ਬੋਲ ਕੇ ਸਮੁੰਦ ਖਾਂ ਬੀਬੀ ਬਸੰਤ ਦੀ ਇੱਜ਼ਤ ਲੁੱਟਣ ਲਈ ਅੱਗੇ ਵਧਿਆ। ਤਾਂ ਬਸੰਤ ਲਤਾ ਬੋਲੀ, ਆਓ ਵੇਖ, ਮੇਰੇ ਸਤਿਗੁਰੂ ਮੇਰੀ ਸਹਾਇਤਾ ਲਈ ਆ ਰਹੇ ਹਨ। ਸਤਿਗੁਰੂ ਜੀ, ਮੈਂ ਤੁਹਾਡੇ ਤੇ ਬਲਹਾਰੇ ਜਾਂਦੀ ਹਾਂ ਕਿ ਤੁਸੀਂ ਆਪਣੀ ਪੁੱਤਰੀ ਦੀ ਲਾਜ ਨੂੰ ਬਚਾਉਣ ਲਈ ਆਖਿਰਕਾਰ ਆ ਹੀ ਗਏ। ਮੈਂ ਇਸ ਪਾਪੀ ਦੁਸ਼ਟ ਨੂੰ ਬਹੁਤ ਸਮਝਾਇਆ ਸੀ ਪਰ ਇਹ ਨਹੀਂ ਸਮਝਿਆ। ਇਹ ਅਕਾਲ ਪੁਰਖ ਦੀ ਸ਼ਕਤੀ ਨੂੰ ਮਖੌਲ ਕਰਦਾ ਸੀ। ਦਾਤਾ ਜੀ, ਮਿਹਰ ਕਰੋ, ਮੈਨੂੰ ਇਸ ਬੰਦੀਖਾਨੇ ਵਿੱਚੋਂ ਕੱਢ ਕੇ ਲੈ ਚਲੋ। ਇਹ ਗੱਲ ਕਹਿਣ ਤੋਂ ਬਾਅਦ ਬੀਬੀ ਬਸੰਤ ਲਤਾ ਖਿੜ-ਖਿੜ ਕੇ ਹੱਸਣ ਲੱਗੀ। ਸਮੁੰਦ ਖਾਂ ਬੀਬੀ ਬਸੰਤ ਦੇ ਮੂੰਹੋਂ ਇਹ ਗੱਲ ਸੁਣ ਕੇ ਹੈਰਾਨ ਹੋ ਗਿਆ ਤੇ ਜਦੋਂ ਉਸਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਨੂੰ ਕੁਝ ਵੀ ਦਿਖਾਈ ਨਹੀਂ ਦਿੱਤਾ ਤੇ ਉਹ ਆਖਣ ਲੱਗਾ ਕਿ ਤੈਨੂੰ ਬਚਾਉਣ ਲਈ ਤਾਂ ਇੱਥੇ ਪਰਿੰਦਾ ਵੀ ਨਹੀਂ ਪਹੁੰਚ ਸਕਦਾ ਤੇ ਫਿਰ ਤੇਰਾ ਸਤਿਗੁਰੂ ਕਿਵੇਂ ਪਹੁੰਚੇਗਾ। ਇੰਨੀ ਗੱਲ ਕਹਿਣ ਤੋਂ ਬਾਅਦ ਜਦੋਂ ਸਮੁੰਦ ਖਾਂ ਨੇ ਆਪਣੇ ਹੱਥ ਫੈਲਾਏ ਤੇ ਬੀਬੀ ਬਸੰਤ ਨੂੰ ਆਪਣੀਆਂ ਬਾਹਾਂ ਵਿੱਚ ਕੁੱਟਣ ਲਈ ਅੱਗੇ ਵਧਿਆ ਤਾਂ ਸਮੁੰਦ ਖਾਂ ਦੇ ਪੈਰ ਹੇਠਾਂ ਧਰਤੀ ਨਾਲ ਜੁੜ ਗਏ ਤੇ ਉਹ ਅੱਖਾਂ ਤੋਂ ਅੰਨਾ ਹੋ ਗਿਆ। ਉਸਦੇ ਸਰੀਰ ਦਾ ਲਹੂ ਜੰਮਣ ਲੱਗ ਪਿਆ। ਬੀਬੀ ਬਸੰਤ ਪਿੱਛੇ ਹਟ ਗਈ ਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਲੱਗੀ। ਸਮੁੰਦ ਖਾਂ ਸਭ ਕੁਝ ਸੁਣ ਰਿਹਾ ਸੀ ਪਰ ਦਿਖਾਈ ਕੁਝ ਨਹੀਂ ਦੇ ਰਿਹਾ ਸੀ। ਉਸ ਦੀਆਂ ਬਾਹਾਂ ਉਸੇ ਤਰ੍ਹਾਂ ਆਕੜੀਆਂ ਹੋਈਆਂ ਸਨ ਪਰ ਸ਼ੁਕਰ ਹੈ ਕਿ ਉਸ ਦੇ ਕੰਨ ਤੇ ਜ਼ੁਬਾਨ ਕੰਮ ਕਰ ਰਹੇ ਸਨ। ਸਮੁੰਦ ਖਾਂ ਅਨੁਭਵ ਕਰਨ ਲੱਗਾ ਕਿ ਇਹ ਵਾਕਈ ਕੋਈ ਰੱਬੀ ਸ਼ਕਤੀ ਬੌੜੀ ਹੈ ਤੇ ਕੰਬਦੀ ਜ਼ੁਬਾਨ ਨਾਲ ਬੋਲਿਆ ਕਿ ਹੇ ਭੈਣ ਬਸੰਤ ਲਤਾ, ਮੈਨੂੰ ਮਾਫ ਕਰ ਦੇ ਕਿ ਮੈਥੋਂ ਗਲਤੀਆਂ ਹੋ ਗਈਆਂ ਹਨ। ਹੇ ਭੈਣੇ, ਮੇਰੀ ਖਾਤਰ ਆਪਣੇ ਸਤਿਗੁਰੂ ਅੱਗੇ ਅਰਜ਼ ਕਰ ਕਿ ਉਹ ਮੇਰੀਆਂ ਪਿਛਲੀਆਂ ਭੁੱਲਾਂ ਨੂੰ ਬਖਸ਼ ਦੇਣ। ਮੇਰੀ ਭੈੜੀ ਨੀਚ ਜ਼ੁਬਾਨ ਵਿੱਚੋਂ ਉਹਨਾਂ ਦੀ ਸ਼ਾਨ ਵਿਰੁੱਧ ਜਿਹੜੇ ਭੈੜੇ ਸ਼ਬਦ ਮੈਥੋਂ ਨਿਕਲੇ ਹਨ ਉਹ ਖਿਮਾ ਕਰਨ। ਮੇਰੀਆਂ ਅੱਖਾਂ ਖੁੱਲਣ, ਮੇਰੇ ਹੱਥ ਬਾਹਾਂ ਠੀਕ ਹੋਣ। ਮੈਂ ਤੈਨੂੰ ਭੈਣ ਸਮਝਦਾ ਹਾਂ। ਮੈਂ ਖੁਦਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਸਮ ਖਾਂਦਾ ਹਾਂ ਕਿ ਮੈਂ ਭੈਣ ਬਸੰਤ ਲਤਾ ਨੂੰ ਗੁਰੂ ਦੇ ਪਰਿਵਾਰ ਪਾਸ ਭੇਜ ਦੇਵਾਂਗਾ। ਇਸ ਦੀ ਕੋਈ ਨਰਾਦਰੀ ਨਹੀਂ ਕਰਾਂਗਾ। ਮੈਂ ਫਿਰ ਖਿਮਾ ਲਈ ਅਰਜ਼ ਕਰਦਾ ਹਾਂ। ਜਿਵੇਂ ਹੀ ਸਮੁੰਦ ਖਾਂ ਨੇ ਇਹ ਕਸਮ ਖਾਧੀ ਤਾਂ ਉਸ ਦੀ ਅੱਖਾਂ ਦੀ ਰੌਸ਼ਨੀ ਵਾਪਿਸ ਆ ਗਈ, ਹੱਥ ਪੈਰ ਚੱਲਣ ਲੱਗ ਪਏ। ਤਾਂ ਸਮੁੰਦ ਖਾਂ ਨੇ ਬਸੰਤ ਲਤਾ ਨੂੰ ਬੰਦੀਖਾਨਿਓਂ ਬਾਹਰ ਕੱਢ ਕੇ ਆਪਣੀ ਭੈਣ ਬਣਾ ਲਿਆ ਤੇ ਆਪਣੇ ਮਹਿਲਾਂ ਵਿੱਚ ਲਿਆ ਕੇ ਆਪਣੀਆਂ ਬੇਗਮਾਂ ਪਾਸੋਂ ਬੜਾ ਆਦਰ ਮਾਣ ਕਰਵਾਇਆ। ਬੀਬੀ ਬਸੰਤ ਦੀ ਹੱਡ ਬੀਤੀ ਸੁਣ ਕੇ ਮਹਿਲਾਂ ਦੀਆਂ ਇਸਤਰੀਆਂ ਉਹਨਾਂ ਨੂੰ ਦੇਵੀ ਹੀ ਸਮਝਣ ਲੱਗ ਪਈਆਂ ਤੇ ਸਾਰੇ ਘਰ ਦਾ ਵਾਤਾਵਰਨ ਹੀ ਬਦਲ ਕੇ ਪਵਿੱਤਰ ਹੋ ਗਿਆ। ਸਮੁੰਦ ਖਾਂ ਨੇ ਬੀਬੀ ਬਸੰਤ ਨੂੰ ਕਿਹਾ ਕਿ ਅਜੇ ਬਾਹਰ ਰੌਲਾ ਬਹੁਤ ਹੈ, ਤੁਹਾਨੂੰ ਅਜੇ ਬਾਹਰ ਭੇਜਣਾ ਚੰਗਾ ਨਹੀਂ ਹੈ ਤੇ ਤੁਸੀਂ ਹਾਲੇ ਇੱਥੇ ਹੀ ਆਰਾਮ ਨਾਲ ਟਿਕੇ ਰਹੋ। ਇਸ ਤਰ੍ਹਾਂ ਬੀਬੀ ਬਸੰਤ ਲਤਾ ਨੇ ਸਮੁੰਦ ਖਾਂ ਦੀ ਭੈਣ ਬਣ ਕੇ ਕਾਫੀ ਅਰਸਾ ਉਸ ਪਾਸ ਰਹੀ। ਸਾਰਾ ਦਿਨ ਪ੍ਰਭੂ ਭਗਤੀ ਤੇ ਸਿਮਰਨ ਵਿੱਚ ਜੁੜੀ ਰਹਿੰਦੀ। ਰਾਤ ਨੂੰ ਸੌਣ ਲੱਗਿਆਂ ਗੁਰੂ ਘਰ ਦੀਆਂ ਸ਼ਕਤੀਆਂ ਤੇ ਬਰਕਤਾਂ ਬਾਰੇ ਸਾਰਿਆਂ ਨੂੰ ਦੱਸਦੀ ਤੇ ਸਾਰੇ ਜਾਣੇ ਬੀਬੀ ਦੀਆਂ ਗੱਲਾਂ ਨੂੰ ਬੜੇ ਹੀ ਧਿਆਨ ਤੇ ਦਿਲਚਸਪੀ ਨਾਲ ਸੁਣਦੇ।
2 ਮਹੀਨੇ ਬੀਤ ਗਏ। ਬਾਹਰ ਠੰਡ ਠੰਡੌਲਾ ਹੋ ਗਿਆ ਤੇ ਬੀਬੀ ਬਸੰਤ ਲਤਾ ਨੂੰ ਸਮੁੰਦ ਖਾਂ ਨੇ ਭੈਣਾਂ ਵਾਂਗ ਚੰਗਾ ਸਨਮਾਨ ਦੇ ਕੇ ਤੋਰਿਆ। 6 ਘੋੜ ਸਵਾਰ ਦਿੱਤੇ। ਬੀਬੀ ਬਸੰਤ ਨੂੰ ਪਾਲਕੀ ਵਿੱਚ ਬਿਠਾ ਕੇ ਚੰਦਰ ਪ੍ਰਭਾ ਨੂੰ ਨਾਲ ਘੋੜੇ ਤੇ ਤੋਰਿਆ ਤੇ ਬੀਬੀ ਬਸੰਤ 15 ਦਿਨਾਂ ਦਾ ਸਫ਼ਰ ਤੈਅ ਕਰਕੇ ਗੁਰੂ ਜੀ ਪਾਸ ਦੀਨੇ ਪਹੁੰਚ ਗਈ। ਉਧਰੋਂ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਵੀ ਦਿੱਲੀੋਂ ਉੱਥੇ ਪਹੁੰਚ ਗਈਆਂ, ਜਿਨ੍ਹਾਂ ਨੂੰ ਦੇਖ ਕੇ ਬੀਬੀ ਬਸੰਤ ਬਹੁਤ ਖੁਸ਼ ਹੋਈ। ਬੀਬੀ ਬਸੰਤ ਨੇ ਆਪਣੀ ਸਾਰੀ ਹੱਡ ਬੀਤੀ ਸੰਗਤ ਨੂੰ ਸੁਣਾਈ ਤੇ ਕਲਗੀਆਂ ਵਾਲੇ ਪਾਤਸ਼ਾਹ ਦਾ ਧੰਨਵਾਦ ਕੀਤਾ। ਸਤਨਾਮ ਸ਼੍ਰੀ ਵਾਹਿਗੁਰੂ।